ਜਦੋਂ ਇਹ Song ਰਿਲੀਜ਼ ਹੋਇਆ ਸੀਗਾ SYL ਕਨਾਲ ਤੇ ਇੰਗਲਿਸ਼ ਦੇ ਵਿੱਚ ਕਹਿੰਦੇ ਰॉ ਨਰਵ ਨੂੰ ਟੱਚ ਕਰਨਾ ਜਾਣਦੀ ਮਤਲਬ ਇੱਕ ਸਹੀ Song ਸੀਗਾ ਜਿਹੜੇ ਸਾਨੂੰ ਸਾਡੇ ਹੱਕਾਂ ਵਾਸਤੇ ਸੁਚੇਤ ਕਰਦਾ ਹੈ। ਪਰ ਸਰਕਾਰ ਦੀ ਮਨਸ਼ਾ ਕੁਝ ਹੋਰ ਸੀ ਤੇ 2-3 ਦਿਨਾਂ ਦੇ ਵਿਚਕਾਰ ਹੀ ਇਹ Song ਬੈਨ ਹੋ ਗਿਆ ਤੇ YouTube ਦੇ ਵਿੱਚ ਸਿਰਫ ਇੰਨਾ ਲਿਖਿਆ ਸੀਗਾ ਕਿ ਕੇਂਦਰ ਸਰਕਾਰ ਦੀ ਕੰਪਲੇਂਟ ਮਿਲਣ ਕਰਕੇ ਅਸੀਂ ਇਹ Song ਬੈਨ ਕੀਤਾ ਗਿਆ ਹੈ ਇਸ ਦੇਸ਼ ਦੇ ਵਿੱਚ। ਫਿਰ ਮੈਂ 4 ਵਿਭਾਗਾਂ ਨੂੰ RTI ਪਾਈ ਸੀ, ਮਹਿਕਮਿਆਂ ਨੂੰ। ਇੱਕ ਮਿਨਿਸਟਰੀ ਆਫ ਇਨਫੋਰਮੇਸ਼ਨ ਅਤੇ ਬ੍ਰੌਡਕਾਸਟਿੰਗ ਜਿਹੜਾ ਕੇਂਦਰ ਦਾ ਮਹਿਕਮਾ ਹੈ, ਇੱਕ ਕੇਂਦਰ ਹੋਮ ਡਿਪਾਰਟਮੈਂਟ ਮਿਨਿਸਟਰੀ ਆਫ ਹੋਮ ਅਫੇਅਰਸ, ਇੱਕ ਮਨ 'ਚ ਇੱਕ ਸ਼ੱਕ ਸੀਗਾ ਬਈ ਕਿਤੇ ਹਰਿਆਣਾ ਸਰਕਾਰ ਵੀ ਕਰਾ ਸਕਦੀ ਹੈ ਤੇ ਹਰਿਆਣਾ ਹੋਮ ਡਿਪਾਰਟਮੈਂਟ ਅਤੇ ਪੰਜਾਬ ਹੋਮ ਡਿਪਾਰਟਮੈਂਟ, ਇਹ 4 ਮਹਿਕਮਿਆਂ ਨੂੰ ਮੈਂ RTI ਪਾਈ ਸੀ। ਉਸ ਤੋਂ ਬਾਅਦ ਮੈਂ YouTube ਨੂੰ ਇੱਕ ਚਿੱਠੀ ਪਾਈ ਸੀ ਕਿ ਤੁਸੀਂ ਜਿਹੜਾ Song ਬੈਨ ਕੀਤਾ ਆ ਇਹਦੇ ਵਿੱਚ ਸਿਰਫ ਇੰਨਾ ਕਿ ਜ਼ਿਕਰ ਕੀਤਾ ਆ ਕਿ ਸਰਕਾਰ ਵੱਲੋਂ ਕੰਪਲੇਂਟ ਮਿਲੀ ਹੈ ਜੀ ਅਤੇ Google ਜਿਹੜੀ ਇੱਕ ਸੰਸਥਾ ਵਾ ਜਿਹੜੀ YouTube ਚੈਨਲ ਚਲਾਉਂਦੀ ਹੈ, ਓਨ ਕਰਦੀ ਹੈ ਜੀ, ਉਹਨਾਂ ਦੀ ਟ੍ਰਾਂਸਪੇਰੈਂਸੀ ਰਿਪੋਰਟ ਹੈ। ਉਹ ਰਿਪੋਰਟ 'ਚ ਉਹ ਪਬਲਿਸ਼ ਕਰ ਦਿੰਦੇ ਬਈ ਕਿਹੜੀ ਸਰਕਾਰਾਂ ਨੂੰ ਕਿੱਥੋਂ ਰਿਕੁਐਸਟ ਆਈ ਹੈ ਬੈਨ ਕਰਨ ਦੀ ਅਤੇ ਉਹ ਟ੍ਰਾਂਸਪੇਰੈਂਸੀ ਰਿਪੋਰਟ ਦੇ ਵਿੱਚ ਵੀ ਕੋਈ ਜ਼ਿਕਰ ਨਹੀਂ ਸੀਗਾ SYL Song ਦੇ ਸੰਬੰਧੀ। ਮਤਲਬ ਆਪਾਂ ਇਦਾਂ ਸੌਖੇ ਸ਼ਬਦਾਂ 'ਚ ਆਪਾਂ ਇਦਾਂ ਕਹਿ ਲਈਏ ਕਿ YouTube ਜਿਹੜੀ ਆ ਉਹ ਭਾਰਤੀ ਕਾਨੂੰਨ ਦਾ ਹਵਾਲਾ ਦੇ ਰਹੀ ਹੈਗੀ ਆ ਕਿ ਭਾਰਤੀ ਕਾਨੂੰਨ ਦੇ ਵਿੱਚ ਇਹ ਤਰਮੀਮ ਹੈ ਵੀ ਉਸ ਕਾਨੂੰਨ ਦੇ ਤਹਿਤ ਸਾਡੇ ਵੀ ਹੱਥ ਬੰਨੇ ਹੋਏ ਨੇ ਵੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿ ਕਿਸਨੇ ਇਹ ਜਿਹੜਾ ਗੀਤ ਬੈਨ ਕਰਾਇਆ। ਕੀ ਮੈਂ ਸਹੀ ਕਹਿ ਰਿਹਾ? ਇੱਕਦਮ ਸਪਸ਼ਟ ਹੋ ਗਿਆ ਜੀ। ਗਵਰਨਮੈਂਟ ਦੇ 4 ਵਿਭਾਗ 4 ਮਹਿਕਮੇ ਤਿੰਨੇ ਸਰਕਾਰ ਦੇ ਸਿੱਧਾ ਕਰੇ ਕਿ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ। ਪਲੱਸ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਬਈ ਤੁਹਾਨੂੰ ਇਹੋ ਜਿਹਾ ਕੀ ਇਹ 'ਚ ਇਤਕਾਰਯੋਗ ਲੱਗਿਆ ਕਿ ਤੁਸੀਂ ਸਿੱਧਾ ਬਲੌਕ ਕਰਤਾ ਜੀ? ਇਸ ਗੀਤ ਦੇ ਵਿੱਚ ਬੋਲ ਤੁਸੀਂ ਵੀ ਜ਼ਰੂਰ ਸੁਣੇ ਹੋਣਗੇ। SYL ਦਾ ਜ਼ਿਕਰ ਹੋ ਰਿਹਾ ਹੈ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਜਿਹੜਾ ਉਹ ਹੋ ਰਿਹਾ ਹੈਗਾ। ਤੁਹਾਨੂੰ ਕੋਈ ਐਜ਼ ਏ ਵਕੀਲ, ਐਜ਼ ਏ ਐਡਵੋਕੇਟ ਹੁੰਦੇ ਤੁਹਾਨੂੰ ਕੋਈ ਅਜਿਹੀ ਇਹਦੇ 'ਚ ਆਪੱਤੀ ਵਾਲੀ ਗੱਲ ਲੱਗੀ ਹੈਗੀ ਆ? ਜੇ ਆਪਾਂ ਕਾਨੂੰਨ ਦੇ ਨਜ਼ਰਾਂ ਹਿਸਾਬ ਨਾਲ ਵੇਖੀਏ, ਓਨਲੀ ਪਿਓਰ ਐਸ ਪਰ ਦੀ ਆਈਜ਼ ਆਫ ਲਾਅ, ਤੇ ਜਿਹੜੇ ਮਿਲੀਟੈਂਟ ਸੀਗੇ ਜਟਾਣਾ ਜਿਨ੍ਹਾਂ ਦੀ ਫੋਟੋ ਆਈ ਸੀ, ਉਹ ਸ਼ਾਇਦ ਸਰਕਾਰ ਨੂੰ ਕਿਤੇ ਇਹ ਪ੍ਰੋਬਲਮੈਟਿਕ ਲੱਗ ਸਕਦਾ ਆ। ਤੇ ਰਹੀ ਗੱਲ ਬੰਦੀ ਸਿੰਘਾਂ ਦੀ, ਮੈਨੂੰ ਨਹੀਂ ਲੱਗਦਾ ਕਿ ਇਹ ਪ੍ਰੋਬਲਮੈਟਿਕ ਹੈ ਜੀ। ਦੇਖੋ ਜੀ, Song ਆਇਆ 3 ਦਿਨਾਂ 'ਚ ਸਿੱਧਾ ਬਲੌਕ ਹੋ ਗਿਆ ਜੀ, ਠੀਕ ਹੈ ਜੀ। ਤੇ ਇੰਨਾ ਛੇਤੀ ਕੋਈ ਕਮੇਟੀ ਐਕਸ਼ਨ ਨਹੀਂ ਲੈਂਦੀ। ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਦਾ ਤਾਂ ਸਿੱਧਾ ਵਾਇਓਲੇਸ਼ਨ ਹੈ। ਤੇ ਰਹਿੰਦੀ ਗੱਲ ਅਦਰ ਪ੍ਰੋਸੀਜਰ ਦੀ, ਤਾਂ ਫਿਰ ਦੇਖੋ ਜੇ ਸਰਕਾਰ ਕੁਝ ਪ੍ਰੋਪਰ ਰਿਸਪੌਂਸ ਨਹੀਂ ਦਿੰਦੀ ਫਿਰ ਤੇ ਕਚਹਿਰੀਆਂ ਦੇ ਰਸਤਾ ਰਹਿੰਦਾ ਜੀ। ਫਿਰ ਤੇ ਹਾਈ ਕੋਰਟ ਦਾ ਰੁਖ ਕਰਨਾ ਪੈਣਾ ਵੀ ਸਰਕਾਰ ਨੂੰ ਪੁੱਛਿਆ ਜਾਵੇ ਬਈ ਕਿਹੜੇ ਆਧਾਰ ਤੇ ਤੁਸੀਂ Song ਬਲੌਕ ਕਰਦੇ ਹੋ। ਤੁਹਾਨੂੰ ਅਜਿਹੀ ਦਿਲਚਸਪੀ ਕਿਉਂ ਇਸ ਦੇ ਵਿੱਚ ਜਿਹੜੀ ਆ ਦਿਸੀ ਹੈਗੀ ਆ ਕਿ ਸ਼ੁਭਦੀਪ ਸਿੰਘ ਸਿੱਧੂ ਦੀ ਗੀਤਕਾਰੀ ਤੋਂ ਪ੍ਰਭਾਵਿਤ ਸੀ ਜਾਂ ਫਿਰ ਜਿਹੜਾ ਉਹਨਾਂ ਨੇ ਗੀਤ ਦੇ ਵਿੱਚ ਮਸਲੇ ਉਜਾਗਰ ਕੀਤੇ ਨੇ, ਚਾਹੇ ਉਹ SYL ਦਾ ਮਸਲਾ ਹੋਵੇ, ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ, ਉਸ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਇੱਕ ਜਿਹੜੇ ਇਹਨਾਂ ਮੁੱਦੇ ਉਹਨਾਂ ਨੇ ਜਿਹੜੇ ਰੇਜ਼ ਕੀਤੇ ਨੇ, ਉਹ ਸਾਨੂੰ ਸੁਚੇਤ ਕਰਦਾ ਹੈ, ਸਾਨੂੰ ਜਗਾਉਂਦਾ ਵਾ ਬਈ ਸਿੱਖੋ, ਉੱਠੋ, ਨੀਂਦ ਤੋਂ ਉੱਠੋ, ਸੰਘਰਸ਼ ਕਰੋ, ਤਾਈਓ ਮਸਲਿਆਂ ਦੇ ਹੱਲ ਹੋਣਾ, ਨਹੀਂ ਤਾਂ ਨਹੀਂ ਹੋਣਾ ਜੀ। ਘਰੇ ਬਹਿ ਕੇ ਹੱਕ ਨਹੀਂ ਮਿਲਦੇ। ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਚੰਡੀਗੜ੍ਹ ਵਿਖੇ ਉਹਨਾਂ ਦੇ ਪਿਤਾ ਜੀ ਬਲਕੌਰ ਸਿੰਘ ਸਿੱਧੂ ਨੂੰ ਮਿਲਦੇ ਨੇ ਔਰ ਕਹਿੰਦੇ ਨੇ ਕਿ ਭਰੋਸਾ ਦਿਵਾਉਂਦੇ ਨੇ ਕਿ ਜਿਹੜੀ ਉਹਨਾਂ ਦੀ ਬੇਟੇ ਦਾ ਕਤਲ ਹੋਇਆ ਉਸ ਦੇ ਵਿੱਚ ਇਨਸਾਫ ਉਹਨਾਂ ਨੂੰ ਜ਼ਰੂਰ ਮਿਲੇਗਾ। ਪਰ ਦੂਜੇ ਪਾਸੇ ਗੀਤ ਜਿਹੜਾ ਉਹ ਬੈਨ ਕਰ ਦਿੱਤਾ ਜਾਂਦਾ। ਇਸ ਨੂੰ ਕਿਵੇਂ ਦੇਖਦੇ ਹੋ? ਜੇ ਤੁਹਾਨੂੰ ਕੁਝ ਆਬਜੈਕਸ਼ਨੇਬਲ ਲੱਗਦਾ ਵਾ, ਤੁਸੀਂ ਉਹ ਹਟਾਉਂਦੇ ਹੋ, ਬਲਰ ਕਰਦੇ ਹੋ, ਕਹਿ ਦਿੰਦੇ ਬਈ ਇਹ ਸੀਨ ਹਟਾਓ। ਜੇ ਸਿੱਧੂ ਬਾਈ ਦੇ ਪ੍ਰੋਡਿਊਸਰ ਨਹੀਂ ਮੰਨਦੇ ਫਿਰ ਬੈਨ ਕਰਨਾ ਜਾਇਜ਼ ਹੈ। ਹਾਂ ਬਈ ਇਹਨਾਂ ਨੂੰ ਨੋਟਿਸ ਦਿੱਤਾ, ਇਹਨਾਂ ਨੂੰ ਵਾਰਨਿੰਗ ਦਿੱਤੀ, ਫਿਰ ਵੀ ਅਮੈਂਡ ਨਹੀਂ ਕਰਦੇ। ਇੱਕ ਡੈਮੋਕ੍ਰੇਸੀ 'ਚ ਸਾਨੂੰ ਹੱਕ ਆ ਸਰਕਾਰ ਨੂੰ ਸਵਾਲ ਪੁੱਛਣ ਦਾ, ਤੇ ਸਰਕਾਰ ਦੇ ਹਰ ਇੱਕ ਐਕਸ਼ਨ ਨੂੰ ਡੈਮੋਕ੍ਰੇਸੀ 'ਚ ਕੋਰਟ 'ਚ ਲਿਆ ਕੇ ਚੈਲੰਜ ਕੀਤਾ ਜਾ ਸਕਦਾ ਜੀ। ਕਲੀਅਰ ਕੱਟ ਦੇਖ ਰਹੇ तमाम ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਬਲਦੀਪ ਸਿੰਘ ਕੰਗ ਔਰ ਅੱਜ ਜਿਸ ਮਸਲੇ ਦੇ ਉੱਪਰ ਗੱਲਬਾਤ ਕਰਨੀ ਹੈ ਉਹ ਹੈ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਹੋਇਆ। ਜੀ ਹਾਂ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਜਿਨ੍ਹਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਅੱਜ ਪ੍ਰਸਿੱਧ ਹੈ, ਪਰ 29 ਮਈ 2022 ਨੂੰ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਾਇਦ ਸ਼ੂਟਰਾਂ ਨੇ ਸੋਚਿਆ ਨਹੀਂ ਹੋਏਗਾ ਕਿ ਜਿਹੜੀ ਪ੍ਰਸਿੱਧੀ ਉਹਨਾਂ ਦੀ ਪਹਿਲਾਂ ਸੀ, ਉਹਨਾਂ ਦੇ ਕਤਲ ਤੋਂ ਬਾਅਦ ਪ੍ਰਸਿੱਧੀ ਜਿਹੜੀ ਆ ਉਹਨਾਂ ਦੀ ਹੋਰ ਵੀ ਜ਼ਿਆਦਾ ਹੋ ਜਾਵੇਗੀ। ਦੁਨੀਆ ਦੇ ਵਿੱਚ ਉਹਨਾਂ ਦੇ ਚਰਚੇ ਨੇ ਜਿਹੜੇ ਉਹ ਸਿਰਫ ਦੇਸ਼ ਤੱਕ ਨਹੀਂ ਵਿਦੇਸ਼ਾਂ ਤੱਕ ਵੀ ਹੋਣਗੇ।
ਪਰ ਨਵਜੋਤ ਜੋ ਆਪਾਂ ਗੱਲ ਕਰ ਰਹੇ ਹਾਂ ਅੱਜ, ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦਾ ਇੱਕ ਗੀਤ ਰਿਲੀਜ਼ ਹੋਇਆ SYL, ਜੋ ਸੁਰਖੀਆਂ ਇੱਕ ਵਾਰ ਮੁੜ ਤੋਂ ਬਣਿਆ ਔਰ ਪੰਜਾਬ ਦੇ ਉਹਨਾਂ ਮਸਲਿਆਂ ਨੂੰ ਉਸ ਗੀਤ ਦੇ ਵਿੱਚ ਸਿੱਧੂ ਮੂਸੇਵਾਲਾ ਉਹਨਾਂ ਨੇ ਐਡਰੈਸ ਕੀਤਾ, ਜਿਹੜੇ ਬੜੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਰਹਿ ਕੇ ਉੱਠਦੇ ਨੇ ਤੇ ਪੰਜਾਬ ਦੀ ਸਿਆਸਤ ਨੂੰ ਅਕਸਰ ਸਰਗਰਮ ਰੁਖ ਜ਼ਰੂਰ ਦਿੰਦੇ ਨੇ। SYL ਗੀਤ ਜਿਹੜਾ ਉਹ ਰਿਲੀਜ਼ ਹੋਇਆ ਜਿਹੜਾ ਜੂਨ ਦੇ ਮਹੀਨੇ ਦੇ ਵਿੱਚ, ਪਰ ਰਿਲੀਜ਼ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਨੂੰ ਬੈਨ ਕਰ ਦਿੱਤਾ ਗਿਆ ਔਰ YouTube ਦੇ ਉੱਪਰ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ YouTube ਜਿਹੜਾ ਚੈਨਲ ਹੈਗਾ, ਪਰ ਉਸ ਤੋਂ ਬਾਅਦ ਉਸ ਦੇ ਉੱਪਰ ਬੈਨ ਲੱਗਿਆ ਔਰ ਉਸ ਦੇ ਉੱਪਰ ਲਿਖਿਆ ਆਇਆ ਕਿ ਸਰਕਾਰ ਦੇ ਵੱਲੋਂ ਜਿਹੜੀ ਹੈ ਲੀਗਲ ਕੰਪਲੇਂਟ ਜੋ ਹੈ ਉਹ ਕੀਤੀ ਗਈ ਹੈ, ਇਸ ਕਰਕੇ ਇਸ ਗੀਤ ਨੂੰ ਜਿਹੜਾ ਇੰਡੀਆ ਦੇ ਵਿੱਚ ਬੈਨ ਕੀਤਾ ਗਿਆ, ਜਦੋਂ ਕਿ ਵਿਦੇਸ਼ਾਂ ਦੇ ਵਿੱਚ ਇਸ ਗੀਤ ਨੂੰ ਜਿਹੜਾ ਉਹ YouTube ਤੇ ਦਰਸ਼ਕ ਦੇਖ ਸਕਦੇ ਨੇ, ਵਿਊਅਰਸ ਜਿਹੜੇ ਨੇ ਦੇਖ ਸਕਦੇ ਨੇ। ਸੋ ਬੈਨ ਕਿਉਂ ਕੀਤਾ, ਕਿਹਨੇ ਕੀਤਾ? ਸਭ ਤੋਂ ਬੜੀ ਗੱਲ ਤਾਂ ਇਹ ਹੈ ਕਿ ਕਿਸਨੇ ਬੈਨ ਕੀਤਾ, ਇਹ ਆਪਣੇ ਆਪ ਦੇ ਵਿੱਚ ਜ਼ਰੂਰ ਇੱਕ ਸਵਾਲ ਹੈਗਾ। ਇਸੇ ਦੇ ਉੱਪਰ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਐਡਵੋਕੇਟ ਅੰਮ੍ਰਿਤਪਾਲ ਸਿੰਘ ਖਾਲਸਾ ਜੁੜੇ ਹੋਏ ਨੇ ਔਰ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਾਂਗਾ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸੋ ਐਡਵੋਕੇਟ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਾਡੇ ਨਾਲ ਬੰਬੇ ਤੋਂ ਜੁੜੇ ਹੋਏ ਨੇ ਔਰ ਉਹਨਾਂ ਦੇ ਵੱਲੋਂ ਜਿਹੜੀ ਹੈ RTI ਪਾਈ ਗਈ ਸੀ। RTI ਦੇ ਵਿੱਚ ਪਾ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸ ਦੇ ਵੱਲੋਂ ਜਿਹੜਾ ਸਰਕਾਰਾਂ ਦੇ ਵੱਲੋਂ ਇਹ ਗੀਤ ਬੈਨ ਕੀਤਾ ਗਿਆ ਸੀਗਾ, ਕਿਹੜੀਆਂ ਕੰਡੀਸ਼ਨਸ ਦੇ ਤਹਿਤ ਇਹ ਗੀਤ ਬੈਨ ਕੀਤਾ ਗਿਆ ਸੀਗਾ ਔਰ ਇਹਨਾਂ ਤੋਂ ਸਾਰੀ ਗੱਲਬਾਤ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਦਾ ਰਿਸਪੌਂਸ ਮਿਲਿਆ ਹੈਗਾ, ਕੀ ਸਰਕਾਰਾਂ ਜਵਾਬ ਦੇਣ ਦੇ ਵਿੱਚ ਜਵਾਬ ਦੇ ਸਕੀਆਂ ਨੇ ਉਹਨਾਂ ਦੀ RTI ਦਾ ਜਾਂ ਨਹੀਂ, ਜਾਂ ਕੀ ਜਵਾਬ ਮਿਲਿਆ ਹੈਗਾ ਉਹਨਾਂ ਨੂੰ। ਇਹ ਸਾਰੀ ਗੱਲਬਾਤ ਅੱਜ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਨਾਲ ਕਰਾਂਗੇ। ਅੰਮ੍ਰਿਤਪਾਲ ਜੀ, ਪਹਿਲਾਂ ਤਾਂ ਤੁਹਾਡਾ ਜਿਹੜਾ ਤੁਸੀਂ ਪੇਸ਼ੇ ਤੋਂ ਐਡਵੋਕੇਟ ਹੋ, ਕਿੱਥੇ ਤੋਂ ਬਿਲੋਂਗ ਕਰਦੇ ਹੋ ਔਰ ਕਿੰਨੀ ਦੇਰ ਤੋਂ ਇਸ ਐਡਵੋਕੇਟ ਦੇ ਪੇਸ਼ੇ ਦੇ ਵਿੱਚ ਹੋ, ਆਪਣੇ ਬਾਰੇ ਕੁਝ ਜਾਣ ਪਛਾਣ ਜ਼ਰੂਰ ਦਿਓ। ਜੀ, ਮੈਂ ਬੇਸਿਕਲੀ ਮੈਂ ਉਲਾਸਨਗਰ ਜ਼ਿਲ੍ਹਾ ਥਾਣੇ ਬੰਬੇ ਦੇ ਨੇੜੇ ਇੱਥੋਂ ਬਿਲੋਂਗ ਕਰਦਾ ਜੀ। ਤੇ ਮੈਂ 2016 ਤੋਂ ਵਕੀਲੀ ਪੇਸ਼ੇ ਦੇ ਵਿੱਚ ਹਾਂ। ਇਸ ਤੋਂ ਪਹਿਲਾਂ ਮੈਂ ਆਪਣੀ ਇੰਜੀਨੀਅਰਿੰਗ ਕੰਪਲੀਟ ਕੀਤੀ ਸੀ ਇੰਸਟਰੂਮੈਂਟੇਸ਼ਨ ਦੇ ਵਿੱਚ। ਉਸ ਤੋਂ ਬਾਅਦ ਮੈਂ ਲਾਅ ਦੇ ਫੀਲਡ ਵਿੱਚ ਆਇਆ ਤੇ 2017 ਤੋਂ ਮੈਂ ਕੰਟੀਨਿਊਅਸ ਪ੍ਰੈਕਟਿਸ ਕਰਦਾ ਹਾਂ ਜੀ। ਬੰਬੇ ਹਾਈ ਕੋਰਟ, ਕਲਿਆਣ ਅਤੇ ਸੈਸ਼ਨਸ ਕੋਰਟਾਂ ਦੇ ਵਿੱਚ ਮੈਂ ਪ੍ਰੈਕਟਿਸ ਕਰਦਾ ਜੀ। ਜੀ ਤੋ ਅੰਮ੍ਰਿਤਪਾਲ ਜੀ, ਜਿਵੇਂ ਕਿ ਤਮਾਮ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਔਰ TV ਚੈਨਲਸ ਦੀਆਂ ਸੁਰਖੀਆਂ ਬਣੀਆਂ ਕਿ ਤੁਹਾਡੇ ਵੱਲੋਂ RTI ਪਾਈ ਗਈ ਸੀ ਸਿੱਧੂ ਮੂਸੇਵਾਲਾ ਦਾ ਜਿਹੜਾ SYL ਗੀਤ ਬੈਨ ਹੋਇਆ ਉਸ ਨੂੰ ਲੈ ਕੇ, ਤਾਂ ਕੀ ਰਿਸਪੌਂਸ ਮਿਲਿਆ ਤੁਹਾਨੂੰ? ਉਹ ਜੋ RTI ਤੁਸੀਂ ਪਾਈ ਸੀ, ਕਿਹੜੇ ਵਿਭਾਗਾਂ ਨੂੰ ਪਾਈ ਗਈ ਸੀ, ਕਿਹੜੀ ਸਰਕਾਰਾਂ ਨੂੰ ਪਾਈ ਗਈ ਸੀ? ਜਦੋਂ ਇਹ Song ਰਿਲੀਜ਼ ਹੋਇਆ ਸੀਗਾ SYL ਕਨਾਲ ਤੇ, ਇੰਗਲਿਸ਼ ਦੇ ਵਿੱਚ ਕਹਿੰਦੇ ਰॉ ਨਰਵ ਨੂੰ ਟੱਚ ਕਰਨਾ, ਜਾਣ ਦੀ ਮਤਲਬ ਇੱਕ ਸਹੀ Song ਸੀਗਾ ਜਿਹੜੇ ਸਾਨੂੰ ਸਾਡੇ ਹੱਕਾਂ ਵਾਸਤੇ ਸੁਚੇਤ ਕਰਦਾ ਆ ਜੀ। ਪਰ ਸਰਕਾਰ ਦੀ ਮਨਸ਼ਾ ਕੁਝ ਹੋਰ ਸੀ ਤੇ 2-3 ਦਿਨਾਂ ਦੇ ਵਿਚਕਾਰ ਹੀ ਇਹ Song ਬੈਨ ਹੋ ਗਿਆ। ਤੇ YouTube ਦੇ ਵਿੱਚ ਸਿਰਫ ਇੰਨਾ ਲਿਖਿਆ ਸੀਗਾ ਕਿ ਕੇਂਦਰ ਸਰਕਾਰ ਦੀ ਕੰਪਲੇਂਟ ਮਿਲਣ ਕਰਕੇ ਅਸੀਂ ਇਹ Song ਬੈਨ ਕੀਤਾ ਗਿਆ ਹੈ ਇਸ ਦੇਸ਼ ਦੇ ਵਿੱਚ। ਤੇ ਫਿਰ ਮੈਂ 4 ਵਿਭਾਗਾਂ ਨੂੰ RTI ਪਾਈ ਸੀ, ਮਹਿਕਮਿਆਂ ਨੂੰ। ਇੱਕ ਮਿਨਿਸਟਰੀ ਆਫ ਇਨਫੋਰਮੇਸ਼ਨ ਅਤੇ ਬ੍ਰੌਡਕਾਸਟਿੰਗ ਜਿਹੜਾ ਕੇਂਦਰ ਦਾ ਮਹਿਕਮਾ ਹੈ, ਇੱਕ ਕੇਂਦਰ ਹੋਮ ਡਿਪਾਰਟਮੈਂਟ ਮਿਨਿਸਟਰੀ ਆਫ ਹੋਮ ਅਫੇਅਰਸ, ਇੱਕ ਮਨ 'ਚ ਇੱਕ ਸ਼ੱਕ ਸੀਗਾ ਬਈ ਕਿਤੇ ਹਰਿਆਣਾ ਸਰਕਾਰ ਵੀ ਕਰਾ ਸਕਦੀ ਹੈ ਤੇ ਹਰਿਆਣਾ ਹੋਮ ਡਿਪਾਰਟਮੈਂਟ ਅਤੇ ਪੰਜਾਬ ਹੋਮ ਡਿਪਾਰਟਮੈਂਟ, ਇਹ 4 ਮਹਿਕਮਿਆਂ ਨੂੰ ਮੈਂ RTI ਪਾਈ ਸੀ। ਮੈਂ ਸਿਰਫ 2 ਹੀ ਪੁਆਇੰਟਾਂ ਮੰਗੀਆਂ ਸੀ। ਫਸਟ ਪੁਆਇੰਟ ਇਹ ਸੀਗਾ ਬਈ ਤੁਸੀਂ ਜਾਂ ਤੁਹਾਡੇ ਮਹਿਕਮੇ ਨੇ YouTube ਨੂੰ ਸ਼ਿਕਾਇਤ ਦਰਜ ਕਰਾਈ ਹੈ SYL Song ਦੇ ਸੰਬੰਧਿਤ, ਉਹਦੀ ਕਾਪੀ ਦਿੱਤੀ ਜਾਏ। ਅਤੇ ਦੂਜਾ ਪੁਆਇੰਟ ਇਹ ਮੰਗਿਆ ਸੀ ਕਿ ਤੁਹਾਡੇ ਮਹਿਕਮੇ ਨੂੰ ਕਿਸੇ ਏਜੰਸੀ, ਕਿਸੇ ਬੰਦੇ, ਕਿਸੇ ਆਰਗੇਨਾਈਜੇਸ਼ਨ ਵੱਲੋਂ ਕੋਈ ਵੀ ਕੰਪਲੇਂਟ ਆਈ ਹੈ ਤਾਂ ਉਹਦੀ ਕਾਪੀ ਪ੍ਰੋਵਾਈਡ ਕਰੋ। ਇਹ 4 ਮਹਿਕਮਿਆਂ ਨੇ ਰਾਈਟਿੰਗ 'ਚ ਦੇ ਦਿੱਤਾ ਕਿ ਇਹਨਾਂ ਕੋਲ ਇਹੋ ਜਿਹੀ ਕੋਈ ਇਨਫੋਰਮੇਸ਼ਨ ਅਵੇਲੇਬਲ ਨਹੀਂ ਹੈ ਜੀ। ਉਸ ਦੇ ਬਾਅਦ ਮੈਂ, ਕਿਉਂਕਿ SYL Song ਗਾਣਾ ਇੱਕ ਪਾਣੀਆਂ ਦੇ ਸੰਬੰਧਿਤ ਮੁੱਦਾ ਆ, ਤੇ ਮਿਨਿਸਟਰੀ ਆਫ ਜਲ ਸ਼ਕਤੀ, ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੂੰ RTI ਪਾਈ ਸੀ। ਉਹਨਾਂ ਨੂੰ ਵੀ ਇਹੀ ਇਨਫੋਰਮੇਸ਼ਨ ਮੰਗੀ ਸੀ ਕਿ ਤੁਹਾਡੇ ਮਹਿਕਮੇ ਨੇ ਕੋਈ ਕੰਪਲੇਂਟ ਕੀਤੀ ਹੈ ਤੇ ਕਾਪੀ ਦਿਓ, ਅਤੇ ਤੁਹਾਡੇ ਮਹਿਕਮੇ ਨੂੰ ਕਿਸੇ ਵੱਲੋਂ ਕੰਪਲੇਂਟ ਆਈ ਹੈ ਤਾਂ ਕਾਪੀ ਦਿਓ। ਉਹਨਾਂ ਵੱਲੋਂ ਰਿਸਪੌਂਸ ਨਹੀਂ ਆਇਆ ਜੀ। ਉਸ ਦੇ ਬਾਅਦ ਮੈਂ YouTube ਨੂੰ ਇੱਕ ਚਿੱਠੀ ਪਾਈ ਸੀ
ਕਿ ਤੁਸੀਂ ਜਿਹੜਾ Song ਬੈਨ ਕੀਤਾ ਆ, ਇਹਦੇ ਵਿੱਚ ਸਿਰਫ ਇੰਨਾ ਕੁ ਜ਼ਿਕਰ ਕੀਤਾ ਆ ਕਿ ਸਰਕਾਰ ਵੱਲੋਂ ਕੰਪਲੇਂਟ ਮਿਲੀ ਹੈ ਜੀ, ਅਤੇ ਗੂਗਲ ਜਿਹੜੀ ਇੱਕ ਸੰਸਥਾ ਵਾ ਜਿਹੜੀ YouTube ਚੈਨਲ ਚਲਾਉਂਦੀ ਹੈ, ਓਨ ਕਰਦੀ ਹੈ ਜੀ, ਉਹਨਾਂ ਦੀ ਟਰਾਂਸਪੇਰੈਂਸੀ ਰਿਪੋਰਟ ਹੈ। ਉਹ ਰਿਪੋਰਟ 'ਚ ਉਹ ਪਬਲਿਸ਼ ਕਰਦੇ ਨੇ ਬਈ ਕਿਹੜੀ ਸਰਕਾਰਾਂ ਨੂੰ ਕਿੱਥੋਂ ਰਿਕੁਐਸਟ ਆਈ ਹੈ ਬੈਨ ਕਰਨ ਦੀ, ਅਤੇ ਉਹ ਟਰਾਂਸਪੇਰੈਂਸੀ ਰਿਪੋਰਟ ਦੇ ਵਿੱਚ ਵੀ ਕੋਈ ਜ਼ਿਕਰ ਨਹੀਂ ਸੀਗਾ SYL Song ਦੇ ਸੰਬੰਧੀ। ਮਤਲਬ ਕਿ ਜਦੋਂ ਤੁਸੀਂ YouTube ਨੂੰ ਅਪਰੋਚ ਕੀਤਾ ਇਸ ਦੇ ਬਾਰੇ ਤਾਂ ਉਹਨਾਂ ਦੇ ਵੱਲੋਂ ਵੀ ਕੋਈ ਸਪਸ਼ਟੀਕਰਨ ਜਿਹੜਾ ਤੁਹਾਨੂੰ ਨਹੀਂ ਮਿਲਿਆ? YouTube ਦਾ ਕਹਿਣਾ ਹੈ ਜੀ ਕਿ ਜਿਹੜੀ ਇਹ ਪ੍ਰੋਸੀਡਿੰਗਸ ਨੇ ਉਹ ਸੈਕਸ਼ਨ 69A ਆਫ IT ਐਕਟ ਹੇਠਾਂ ਕੌਨਫੀਡੈਂਸ਼ੀਅਲ ਨੇ, ਉਹ ਨਹੀਂ ਡਿਸਕਲੋਜ਼ ਕਰ ਸਕਦੇ ਨੇ ਬਈ ਕਿਹੜੀ ਸਰਕਾਰ, ਕਿਹੜੇ ਮਹਿਕਮੇ ਜਾਂ ਕਿਹੜੇ ਆਧਾਰ ਤੇ Song ਬੈਨ ਕੀਤਾ ਗਿਆ ਜੀ। ਉਹ ਕਾਨੂੰਨ ਕੋਰਟ ਇਦਾਂ ਕਰ ਰਹੇ ਨੇ ਕਿ ਸੈਕਸ਼ਨ 69A ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਿਹਦੇ ਹੇਠਾਂ ਇਹ ਕਾਰਵਾਈ ਕੀਤੀ ਗਈ ਹੈ ਉਹ ਕੌਨਫੀਡੈਂਸ਼ੀਅਲ ਮੰਨਿਆ ਜਾਂਦਾ ਜੀ। ਉਹ ਸਰਕਾਰ ਇਹ ਨਹੀਂ ਡਿਸਕਲੋਜ਼ ਕਰ ਸਕਦੀ। ਮਤਲਬ ਆਪਾਂ ਇਦਾਂ ਸੌਖੇ ਸ਼ਬਦਾਂ 'ਚ ਆਪਾਂ ਇਦਾਂ ਕਹਿ ਲਈਏ ਕਿ YouTube ਜਿਹੜੀ ਆ ਉਹ ਭਾਰਤੀ ਕਾਨੂੰਨ ਦਾ ਹਵਾਲਾ ਦੇ ਰਹੀ ਹੈਗੀ ਆ ਕਿ ਭਾਰਤੀ ਕਾਨੂੰਨ ਦੇ ਵਿੱਚ ਇਹ ਤਰਮੀਮ ਹੈ ਵੀ ਉਸ ਕਾਨੂੰਨ ਦੇ ਤਹਿਤ ਸਾਡੇ ਵੀ ਹੱਥ ਬੰਨੇ ਹੋਏ ਨੇ ਵੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿ ਕਿਸਨੇ ਇਹ ਜਿਹੜਾ ਗੀਤ ਬੈਨ ਕਰਾਇਆ। ਕੀ ਮੈਂ ਸਹੀ ਕਹਿ ਰਿਹਾ? ਐਬਸੋਲੂਟਲੀ ਕਰੈਕਟ, ਇੱਕਦਮ ਸਹੀ ਹੈ ਜੀ। ਤੇ ਉਸ ਤੋਂ ਬਾਅਦ ਫਿਰ ਜੇ ਆਪਾਂ IT ਐਕਟ ਦੇ ਵਿੱਚ ਮੈਂ ਹੋਰ ਜਦੋਂ IT ਐਕਟ ਮੈਂ ਪੜ੍ਹੀ ਤੇ ਇਹਦੇ ਵਿੱਚ ਇੱਕ ਰੂਲਸ ਹੈ ਜੀ, ਬਲੌਕਿੰਗ ਰੂਲਸ, ਜਿਹੜਾ 2009 ਦੇ ਵਿੱਚ ਇਹ ਪਾਸ ਕੀਤਾ ਗਿਆ ਸੀ। ਇਹਦੇ ਵਿੱਚ ਸਰਕਾਰ ਵੱਲੋਂ ਕੁਝ ਬੇਸਿਕ ਪੈਰਾਮੀਟਰਸ ਨੇ, ਕੁਝ ਬੇਸਿਕ ਸਟੈਪਸ ਨੇ। ਬਈ ਮੰਨ ਲਓ ਸਰਕਾਰ ਨੂੰ ਕੋਈ ਗੱਲ ਜੇਕਰ ਕੋਈ ਲੱਗਦੀ ਹੈ ਬਈ ਇਹ ਪ੍ਰੋਬਲਮ ਕ੍ਰੀਏਟ ਕਰ ਸਕਦੀ ਹੈ ਲਾਅ ਐਂਡ ਆਰਡਰ ਦੀ ਹੈ ਜਾਂ ਦੇਸ਼ ਦੇ ਭਾਈਚਾਰੇ ਦੇ ਖਿਲਾਫ ਹੈ, ਇੰਟੀਗ੍ਰਿਟੀ ਦੇ ਖਿਲਾਫ ਹੈ, ਤਾਂ ਉਹ ਬੇਸਿਕ ਸਟੈਪਸ ਨੇ। ਉਹ ਸਟੈਪਸ ਦੇ ਵਿੱਚ ਇਦਾਂ ਆ ਕਿ ਪਹਿਲਾਂ ਤਾਂ ਇੱਕ ਆਫੀਸਰ ਹੋਏਗਾ, ਡੈਜ਼ਿਗਨੇਟਡ ਆਫੀਸਰ, ਨੋਡਲ ਆਫੀਸਰ ਹੋਏਗਾ, ਕਮੇਟੀ ਬੈਠੇਗੀ, ਕਮੇਟੀ ਕੋਲ ਕੰਪਲੇਂਟ ਆਏਗੀ ਜੀ, ਉਸ ਤੋਂ ਬਾਅਦ ਕਮੇਟੀ ਐਗਜ਼ਾਮਿਨ ਕਰੇਗੀ, ਫਿਰ ਆਰਡਰ ਪਾਸ ਕਰੇਗੀ। ਤੇ ਜਦ ਕਿ ਕੋਈ ਜੇ ਐਮਰਜੈਂਸੀ ਕੇਸ ਹੈ, ਮੰਨ ਲਓ ਕਿ ਇੱਕ ਕਮੇਟੀ ਬੈਠਣ ਤੋਂ ਜੇ ਡੈਜ਼ਿਗਨੇਟਡ ਆਫੀਸਰ ਨਹੀਂ ਵੇਟ ਕਰ ਸਕਦਾ, ਬਈ ਬਹੁਤ ਜ਼ਿਆਦਾ ਹੀ ਨੁਕਸਾਨ ਹੋਈ ਜਾ ਰਿਹਾ, ਤੇ ਐਮਰਜੈਂਸੀ ਪ੍ਰੋਵੀਜ਼ਨਸ ਕਰਕੇ ਉਹ 48 ਘੰਟੇ ਦੇ ਵਿਚਕਾਰ ਉਹ ਬਲੌਕ ਕਰ ਸਕਦੇ ਨੇ। ਪਰ ਉਹ ਬਲੌਕ ਦਾ ਆਰਡਰ ਉਹਨਾਂ ਨੂੰ ਕਮੇਟੀ ਨੂੰ ਰੈਫਰ ਕਰਨਾ ਆ। ਕਮੇਟੀ ਐਗਜ਼ਾਮਿਨ ਕਰੇਗੀ ਬਈ ਇਹ ਬਲੌਕ ਜਿਹੜਾ ਹੈ ਜਾਇਜ਼ ਹੈ ਕਿ ਇਨਵੈਲਿਡ ਹੈ, ਤੇ ਉਹ ਰਿਸਟੋਰ ਕਰ ਸਕਦੀ Song ਨੂੰ। ਜਦ ਕਿ ਮੈਂ ਇੱਕ ਹੋਰ RTI ਪਾਈ ਹੈ, ਉਹਦੀ ਵੀ ਇਨਫੋਰਮੇਸ਼ਨ ਆਈ ਨਹੀਂ ਹੈ। ਮੈਂ ਇਹ ਮੰਗਿਆ ਕਿ ਰੂਲ ਨੰਬਰ 93 ਦਾ ਤੁਸੀਂ ਕੰਪਲਾਈਂਸ ਕੀਤਾ ਤੇ ਉਹਦੀ ਰਿਪੋਰਟ ਦਿਓ, ਜੋ ਕਿ ਇਹ ਕਹਿੰਦਾ ਕਿ ਜੇ ਐਮਰਜੈਂਸੀ ਕੇਸ ਵਿੱਚ ਕੋਈ ਵੀ ਬਲੌਕੇਜ ਹੁੰਦੀ ਹੈ ਤਾਂ ਉਹ ਕਮੇਟੀ ਦੇ ਅੱਗੇ ਤੁਸੀਂ ਸਕ੍ਰੂਟਨੀ ਵਾਸਤੇ ਰੱਖੋਗੇ। ਉਹ ਕਮੇਟੀ ਡਿਸਾਈਡ ਕਰੇਗੀ ਕਿ ਇਹ Song ਕੰਟੀਨਿਊ ਕਰਨ ਜੋਗਾ ਹੈ ਜਾਂ ਫਿਰ ਇਹਨੂੰ ਬਲੌਕ ਹੀ ਰੱਖਣਾ ਜੇ। ਅੱਛਾ, ਫਿਲਹਾਲ ਅੰਮ੍ਰਿਤਪਾਲ ਜੀ ਮੈਂ ਅਗਰ ਮੋٹے ਸ਼ਬਦਾਂ 'ਚ ਸਮਝਾਂ ਤਾਂ ਤੁਸੀਂ ਪੰਜਾਬ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਔਰ ਕੇਂਦਰ ਸਰਕਾਰ ਦੇ ਦੋ ਵਿਭਾਗ ਹੋ ਗਏ, ਇੱਕ ਗ੍ਰਹਿ ਮੰਤਰਾਲਾ ਤੇ ਇੱਕ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਦਾ ਜਿਹੜਾ ਵਿਭਾਗ ਹੋ ਗਿਆ, ਉਸਨੂੰ 4 ਵਿਭਾਗਾਂ ਨੂੰ ਤੁਸੀਂ ਕਹਿ ਲਓ ਵੀ 3 ਸਰਕਾਰਾਂ ਤੇ 4 ਵਿਭਾਗਾਂ ਨੂੰ ਤੁਸੀਂ ਜਿਹੜੀ ਆ ਉਹ RTI ਪਾਈ ਹੈਗੀ ਹੈ, ਤੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ? ਕੀ ਆਪਾਂ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ ਤਾਂ ਕੀ ਜਵਾਬ ਕੀ ਹੈ ਉਹਨਾਂ ਦਾ? ਉਹ ਕਹਿੰਦੇ ਕਿ ਸਾਡੇ ਕੋਲ ਜੀ ਇਨਫੋਰਮੇਸ਼ਨ ਅਵੇਲੇਬਲ ਨਹੀਂ ਜੀ, ਜਿਹੜੀ ਤੁਸੀਂ ਇਨਫੋਰਮੇਸ਼ਨ ਮੰਗਦੇ ਹੋ ਸਾਡੇ ਕੋਲ ਕੋਈ ਅਵੇਲੇਬਲ ਨਹੀਂ ਹੈ ਜੀ। ਮਤਲਬ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਗੀਤ ਆ ਜਿਹੜਾ ਕਿਸ ਨੇ ਬੈਨ ਕਰਾਇਆ, ਕਿਉਂਕਿ ਜਦੋਂ ਇਹ ਗੀਤ ਬੈਨ ਹੋਇਆ ਸੀ ਤਾਂ ਉਸ ਵੇਲੇ ਆਪਾਂ ਉਸਨੂੰ ਪਲੇ ਦਾ ਬਟਨ ਉਸਨੂੰ ਪਲੇ ਕਰਦੇ ਸੀ ਤਾਂ ਉਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੁੰਦਾ ਸੀ ਕਿ ਦਿਸ ਕੰਟੈਂਟ ਇਜ਼ ਬੈਨ ਇਨ ਦਿਸ ਕੰਟਰੀ ਬਿਕੋਜ਼ ਆਫ ਦਾ ਲੀਗਲ ਕੰਪਲੇਂਟ ਬਾय ਦ ਗਵਰਨਮੈਂਟ। तो ਇਹ ਚੀਜ਼ ਜਿਹੜੀ ਆ ਇਹ ਨੋਟਿਸ ਉੱਥੇ ਡਿਸਪਲੇ ਹੋ ਜਾਂਦਾ ਸੀਗਾ ਗੀਤ ਪਲੇ ਹੋਣ ਦੀ ਜਗ੍ਹਾ ਤੇ। तो अगर गवर्नमेंट ਦੇ ਵੱਲੋਂ YouTube ਉਸ ਨੋਟਿਸ ਤੇ ਲਿਖ ਰਹੀ ਹੈ ਕਿ ਗਵਰਨਮੈਂਟ ਦੀ ਕੰਪਲੇਂਟ ਦੇ ਉੱਪਰ ਹੈ, ਤਾਂ ਕੀ ਗਵਰਨਮੈਂਟ ਜਿਹੜੀ ਹੈ ਡਿਨਾਈ ਕਰ ਰਹੀ ਹੈ ਉਸ ਨੂੰ? एकदम स्पष्ट हो गया जी। गवर्नमेंट ਦੇ 4 ਵਿਭਾਗ 4 ਮਹਿਕਮੇ ਤਿੰਨੇ ਸਰਕਾਰ ਦੇ ਸਿੱਧਾ ਕਰੇ ਕਿ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ। ਪਲੱਸ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਬਈ ਤੁਹਾਨੂੰ ਇਹੋ ਜਿਹਾ ਕੀ ਇਹ ਚ ਇਤਕਾਰਯੋਗ ਲੱਗਿਆ ਕਿ ਤੁਸੀਂ ਸਿੱਧਾ ਬਲੌਕ ਕਰਤਾ ਜੀ? ਇਹ ਤੇ ਸਰਕਾਰ ਦਾ ਓਵਰਰੀਚ ਹੋ ਗਿਆ ਨਾ। ਸਰਕਾਰ ਮੰਨ ਲਓ ਕਿ ਮੈਂ ਕੱਲ ਨੂੰ ਹੋਰ ਕੋਈ ਜੇ ਬੰਦਾ ਗੀਤ ਕੱਢਦਾ ਹੈ, ਸਰਕਾਰ ਨੂੰ ਨਹੀਂ ਚੰਗਾ ਲੱਗਾ, ਸਰਕਾਰ ਬਲੌਕ ਕਰ ਦੇਗੀ। ਇਹ ਕਿੱਥੇ ਤੱਕ ਡੈਮੋਕ੍ਰੇਸੀ ਸਾਡੀ ਕਿੱਥੇ ਤੱਕ ਸਟੈਂਡ ਕਰਦੀ ਹੈ ਜੀ? ਇਹ ਤੇ ਡੈਮੋਕ੍ਰੇਸੀ 'ਚ ਏਦਾਂ ਕੋਈ ਐਕਸ਼ਨ ਲੈਣਾ ਤਾਂ ਜਾਇਜ਼ ਨਹੀਂ ਹੈ ਜੀ।
ਜੀ ਇਹਦੇ 'ਚ ਇੱਕ ਜਿਹੜੀ ਤੁਸੀਂ ਵੀ ਗੱਲ ਕਹੀ ਹੈ ਕਿ ਅਗਰ ਕੋਈ ਵੀ ਪਰਸਨ ਗੀਤ ਕੱਢਦਾ ਹੈਗਾ, ਆਰਟੀਕਲ 19 ਹੈਗਾ ਜਿਹੜਾ ਸੰਵਿਧਾਨ ਦੀ ਧਾਰਾ ਆਪਾਂ 19 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈਗਾ। ਉਸ ਦੇ ਤਹਿਤ ਮੂਵੀਜ਼ ਦੇ ਜ਼ਰੀਏ, ਸੌਂਗਸ ਦੇ ਜ਼ਰੀਏ ਵੀ ਅਗਰ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਹੈਗਾ ਤਾਂ ਉਸ ਨੂੰ ਆਜ਼ਾਦੀ ਹੈਗੀ ਹੈ। ਤੁਸੀਂ ਵਕੀਲ ਹੋ ਪੇਸ਼ੇ ਤੋਂ, ਮੋਟੇ ਤੌਰ 'ਤੇ ਮੈਂ ਅਗਰ ਪੁੱਛਾਂ ਤੁਹਾਨੂੰ ਕਿ ਇਸ ਗੀਤ ਦੇ ਵਿੱਚ ਬੋਲ ਤੁਸੀਂ ਵੀ ਜ਼ਰੂਰ ਸੁਣੇ ਹੋਣਗੇ, SYL ਦਾ ਜ਼ਿਕਰ ਹੋ ਰਿਹਾ ਹੈ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਜਿਹੜਾ ਉਹ ਹੋ ਰਿਹਾ ਹੈਗਾ। ਤੁਹਾਨੂੰ ਕੋਈ ਐਜ਼ ਏ ਵਕੀਲ, ਐਜ਼ ਏ ਐਡਵੋਕੇਟ ਹੁੰਦੇ ਤੁਹਾਨੂੰ ਕੋਈ ਅਜਿਹੀ ਇਹਦੇ 'ਚ ਆਪੱਤੀ ਵਾਲੀ ਗੱਲ ਲੱਗੀ ਹੈਗੀ ਆ ਵੀ ਜਿਹਦੇ ਉੱਪਰ ਕੋਈ ਨਾ ਕੋਈ ਕੁਐਸਚਨ ਮਾਰਕ ਰੇਜ਼ ਕੀਤਾ ਜਾ ਸਕਦਾ? ਕਾਨੂੰਨ ਦੇ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰੀਏ, ਕਿਉਂਕਿ ਤੁਸੀਂ ਕਾਨੂੰਨ ਦੇ ਨਾਲ ਡੀਲ ਕਰਦੇ ਹੋ। ਜੇ ਆਪਾਂ ਕਾਨੂੰਨ ਦੇ ਨਜ਼ਰਾਂ ਹਿਸਾਬ ਨਾਲ ਵੇਖੀਏ, ਓਨਲੀ ਪਿਓਰ ਐਸ ਪਰ ਦੀ ਆਈਜ਼ ਆਫ ਲਾਅ, ਤੇ ਜਿਹੜੇ ਮਿਲੀਟੈਂਟ ਸੀਗੇ ਜਟਾਣਾ ਜਿਨ੍ਹਾਂ ਦੀ ਫੋਟੋ ਆਈ ਸੀ, ਉਹ ਸ਼ਾਇਦ ਸਰਕਾਰ ਨੂੰ ਕਿਤੇ ਇਹ ਪ੍ਰੋਬਲਮੈਟਿਕ ਲੱਗ ਸਕਦਾ ਆ। ਤੇ ਰਹੀ ਗੱਲ ਬੰਦੀ ਸਿੰਘਾਂ ਦੀ, ਮੈਨੂੰ ਨਹੀਂ ਲੱਗਦਾ ਕਿ ਇਹ ਪ੍ਰੋਬਲਮੈਟਿਕ ਹੈ ਜੀ। ਸਰਕਾਰ ਨੇ ਪਿਛਲੇ ਹਫਤੇ ਗੁਜਰਾਤ ਦੇ ਵਿੱਚ ਬਿਲਕਿਸ ਬਨੋ ਦੇ ਜਿਹੜੇ ਕਾਤਲ ਸੀਗੇ ਉਹਨਾਂ ਦੀ ਸਜ਼ਾ ਮਾਫ ਕੀਤੀ। ਰਾਜੀਵ ਗਾਂਧੀ ਦੇ ਜਿਹੜੇ ਕਿਲਰ ਸੀਗੇ ਉਹਨਾਂ ਦੀ ਸਜ਼ਾ ਮਾਫ ਕੀਤੀ, ਤੇ ਸਾਡੇ ਬੰਦੀ ਸਿੰਘਾਂ ਦੀ ਸਜ਼ਾ ਕਿਉਂ ਨਹੀਂ ਮਾਫ ਹੁੰਦੀ? ਉਹ 'ਚ ਗਲਤ ਕੀ ਹੈ ਜੀ? 30 ਸਾਲ 27 ਸਾਲ 30 ਸਾਲ ਸਜ਼ਾ ਕੱਟ ਚੁੱਕੇ ਨੇ ਜੀ। ਅੱਛਾ, ਗੀਤ ਤੇ ਹੁਣ ਪਾਬੰਦੀ ਲੱਗੀ ਹੋਈ ਹੈ। ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਸਰਕਾਰ ਇੱਕ ਡੈਜ਼ਿਗਨੇਟਿਡ ਜਿਹੜਾ ਆਫਿਸਰ ਅਪੁਆਇੰਟ ਕਰਦੀ ਹੈ, ਫਿਰ ਇੱਕ ਕਮੇਟੀ ਹੁੰਦੀ ਹੈ, ਔਰ ਇਨ ਕੇਸ ਅਗਰ ਐਮਰਜੈਂਸੀ ਦੇ ਵਿੱਚ ਵੀ ਕਰਨਾ ਹੁੰਦਾ ਤਾਂ ਉਸ ਦੇ ਜਿਹੜਾ ਉਹ ਬਾਅਦ 'ਚ ਰੈਫਰ ਕਰਨਾ ਹੁੰਦਾ ਕਮੇਟੀ ਨੂੰ ਕਿ ਕਮੇਟੀ ਉਸ ਨੂੰ ਰਿਵਿਊ ਕਰੇਗੀ ਜਾਂ ਨਹੀਂ। ਕੀ ਇਸ ਦੇ ਵਿੱਚ ਇਹ ਵੀ ਕੋਈ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ ਇਸ ਨੂੰ ਬੈਨ ਕਰਨ ਤੋਂ ਪਹਿਲਾਂ? ਜੀ ਜਿੱਥੇ ਤੱਕ ਮੈਂ RTI ਪਾਈ ਹੈ ਜੀ, ਮੈਨੂੰ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ। ਮੈਂ ਇਹੀ ਚੀਜ਼ ਦਾ ਮੰਗਿਆ ਆ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਕਾਪੀ ਮਿਲੀ ਹੈ ਡੈਜ਼ਿਗਨੇਟਿਡ ਆਫਿਸਰ ਨੂੰ ਸਰਕਾਰ ਵੱਲੋਂ, ਉਹਦੀ ਕਾਪੀ ਦਿਓ। ਅਤੇ ਜੇ ਤੁਸੀਂ ਮੰਨ ਕੇ ਚਲੋ ਐਮਰਜੈਂਸੀ 'ਚ ਦੇਖੋ ਜੀ, ਸੌਂਗ ਆਇਆ 3 ਦਿਨਾਂ 'ਚ ਸਿੱਧਾ ਬਲੌਕ ਹੋ ਗਿਆ ਜੀ, ਠੀਕ ਹੈ ਜੀ। ਤੇ ਇੰਨਾ ਛੇਤੀ ਕੋਈ ਕਮੇਟੀ ਐਕਸ਼ਨ ਨਹੀਂ ਲੈਂਦੀ। ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਦਾ ਤਾਂ ਸਿੱਧਾ ਵਾਇਓਲੇਸ਼ਨ ਹੈ। ਵੈਸੇ ਜੇ ਕਮੇਟੀ ਨੂੰ ਐਕਸ਼ਨ ਲੈਣਾ ਹੈ ਤੇ ਸ਼ੋ ਕਾਜ਼ ਨੋਟਿਸ ਕੱਢੇਗੀ, ਅਗਲੇ ਦਾ ਪੱਖ ਸੁਣੇਗੀ, ਉਸ ਤੋਂ ਬਾਅਦ ਆਰਡਰ ਪਾਸ ਕਰੇਗੀ ਜੀ। ਬਟ ਇਹਦੇ ਸਿੱਧੂ ਮੂਸੇਵਾਲੇ ਬਾਈ ਦੇ ਕੇਸ 'ਚ ਇਦਾਂ ਕੁਝ ਨਹੀਂ ਹੋਇਆ, ਸਿੱਧਾ ਆ ਕੇ ਬਲੌਕ ਕਰ ਦਿੱਤਾ। ਤੇ ਰੂਲ ਜਿਹੜਾ 93 ਹੈ ਉਹ ਇਹੀ ਕਹਿੰਦਾ ਆ ਕਿ ਜੇ ਤੁਸੀਂ ਐਮਰਜੈਂਸੀ ਦੇ ਵਿੱਚ ਆਰਡਰ ਪਾਸ ਕਰਦੇ ਹੋ ਬਲੌਕਿੰਗ ਦਾ, ਤੇ ਤੁਸੀਂ 48 ਘੰਟੇ ਦੇ ਵਿੱਚ ਕਮੇਟੀ ਦੇ ਅੱਗੇ ਰੱਖੋਗੇ। ਉਹ ਕਮੇਟੀ ਫਿਰ ਬਾਅਦ 'ਚ ਡਿਸਾਈਡ ਕਰੇਗੀ ਕਿ ਇਹ ਜੇ ਸੌਂਗ ਆ, ਜਿਹੜਾ ਵੀ ਗੀਤ ਆ, ਇਹ ਇੰਨਾ ਵੀ ਬਲੌਕ ਕਰਨ ਜੋਗਾ ਹੈ ਤਾਂ ਉਹਨੂੰ ਬਲੌਕ ਕੰਟੀਨਿਊ ਰੱਖੀਏ, ਨਹੀਂ ਤਾਂ ਫਿਰ ਇਹਦਾ ਬਲੌਕ ਹਟਾ ਕੇ ਫਿਰ ਪ੍ਰੋਸੀਜਰ ਫੋਲੋ ਕਰਕੇ ਫਿਰ ਬਲੌਕ ਕਰੀਏ, ਰੀਜ਼ਨਡ ਆਰਡਰ ਪਾਸ ਕਰੀਏ ਜੀ। ਬੜੀ ਅਹਿਮ ਗੱਲ ਤੁਸੀਂ ਕਹੀ ਹੈ। ਪਰ ਹਜੇ ਤੱਕ ਇਦਾਂ ਦਾ ਕੋਈ ਸਰਕਾਰ ਵੱਲੋਂ ਜਵਾਬ ਨਹੀਂ ਆਇਆ ਜੀ ਇਸ RTI ਦਾ। ਇਹ ਤਾਂ ਫਿਰ ਫਸਟ ਅਪੀਲ ਕਰਨੀ ਪਊਗੀ ਜੀ। ਜੀ ਅੱਛਾ, ਅੰਮ੍ਰਿਤਪਾਲ ਜੀ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ YouTube ਤੱਕ ਵੀ ਤੁਸੀਂ ਪਹੁੰਚ ਬਣਾਈ ਹੈਗੀ ਆ, ਪਰ YouTube ਇਹ ਕਹਿ ਰਹੀ ਆ ਕਿ ਸਾਡੇ ਹੱਥ ਵੀ ਇੱਕ ਪਾਰਟਿਕੂਲਰ ਧਾਰਾ ਕਰਕੇ, ਸੰਵਿਧਾਨ ਦੀ ਧਾਰਾ ਕਰਕੇ ਬੰਨੇ ਹੋਏ ਨੇ, ਅਸੀਂ ਵੀ ਉਹ ਚੀਜ਼ ਨੂੰ ਡਿਸਕਲੋਜ਼ ਨਹੀਂ ਕਰ ਸਕਦੇ। ਮੈਂ ਹੁਣ ਇਹ ਜਾਣਨਾ ਚਾਹੁੰਦਾ ਕਿ ਹੋਰ ਕੋਈ ਵਿਕਲਪ ਆਪਣੇ ਕੋਲ ਹੈਗਾ ਕਿ ਪਤਾ ਲੱਗ ਸਕੇ ਕਿ ਸਰਕਾਰ ਵੱਲੋਂ, ਕਿਹੜੀ ਸਰਕਾਰ ਵੱਲੋਂ, ਸਰਕਾਰ ਦੇ ਕਿਹੜੇ ਵਿਭਾਗ ਵੱਲੋਂ ਜਾਂ ਕਿਸ ਸ਼ਖਸ ਦੇ ਵੱਲੋਂ ਜਿਹੜੀ ਆ ਇਸ ਗੀਤ ਨੂੰ ਬੈਨ ਦੀ ਜਿਹੜੀ ਆ ਉਹ ਗੱਲ ਕਹੀ ਗਈ ਆ? ਕੋਈ ਹੋਰ ਤਰੀਕਾ, ਕੋਈ ਹੋਰ ਵਿਕਲਪ ਹੈ? ਜਾਂ ਫਿਰ ਜਿਨ੍ਹਾਂ ਵਿਭਾਗਾਂ ਨੂੰ ਤੁਸੀਂ RTI ਭੇਜੀ ਹੈ, ਕੀ ਕੋਈ ਹੋਰ ਵਿਭਾਗ ਨੂੰ RTI ਭੇਜਣੀ ਬਾਕੀ ਰਹਿੰਦੀ ਹੈਗੀ ਹੈ, ਜਾਂ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਨੂੰ ਭੇਜੀ ਸੀ ਇਹੀ ਬਿਹਤਰ ਜਵਾਬ ਦੇ ਸਕਦੇ ਸੀ? ਜਿੱਥੇ ਤੱਕ ਇੱਕ ਲੌਜਿਕ ਦੀ ਗੱਲ ਕਰੋਗੇ ਤਾਂ ਇਹੀ ਸਰਕਾਰ, ਇਹੀ ਵਿਭਾਗ ਨੇ ਜਿਹੜੇ ਇੱਕ ਬਈ ਮੰਨ ਲਓ ਕਿ ਦੇਸ਼ ਦੇ ਅਮਨ ਚਾਰੇ ਨੂੰ ਖਤਰਾ ਹੈ ਤਾਂ ਹੋਮ ਡਿਪਾਰਟਮੈਂਟ ਉਹਨੂੰ ਹੈਂਡਲ ਕਰਦਾ ਆ। ਜੇ ਪਾਣੀ ਦੀ ਗੱਲ ਹੈ ਤਾਂ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਹੈ, ਉਹ ਹੈਂਡਲ ਕਰਦਾ ਆ। ਤੇ ਇਹ ਸਾਰੇ ਮਹਿਕਮਿਆਂ ਨੂੰ ਮੈਂ ਕਵਰ ਕੀਤਾ ਜੀ, ਕੁਝ ਰਹਿੰਦਾ ਨਹੀਂ ਆ। ਤੇ ਰਹਿੰਦੀ ਗੱਲ ਅਦਰ ਪ੍ਰੋਸੀਜਰ ਦੀ, ਤਾਂ ਫਿਰ ਦੇਖੋ ਜੇ ਸਰਕਾਰ ਕੁਝ ਪ੍ਰੋਪਰ ਰਿਸਪੌਂਸ ਨਹੀਂ ਦਿੰਦੀ ਫਿਰ ਤੇ ਕਚਹਿਰੀਆਂ ਦੇ ਰਸਤਾ ਰਹਿੰਦਾ ਜੀ। ਫਿਰ ਤੇ ਹਾਈ ਕੋਰਟ ਦਾ ਰੁਖ ਕਰਨਾ ਪੈਣਾ ਵੀ ਸਰਕਾਰ ਨੂੰ ਪੁੱਛਿਆ ਜਾਵੇ ਬਈ ਕਿਹੜੇ ਆਧਾਰ ਤੇ ਤੁਸੀਂ ਸੌਂਗਸ ਬਲੌਕ ਕਰਦੇ ਹੋ ਤੇ ਕਿ ਤੁਹਾਨੂੰ ਇਹੋ ਜਿਹਾ ਕੀ ਆਬਜੈਕਸ਼ਨੇਬਲ ਲੱਗਿਆ। ਜੇ ਆਬਜੈਕਸ਼ਨੇਬਲ ਲੱਗਿਆ ਤਾਂ ਤੁਸੀਂ ਸਿੱਧੂ ਬਾਈ ਦੇ ਪ੍ਰੋਡਿਊਸਰਾਂ ਨੂੰ ਤੁਸੀਂ ਨੋਟਿਸ ਭੇਜਿਆ ਕਿ ਤੁਸੀਂ ਇਹ ਹਟਾਓ, ਅਮੈਂਡ ਕਰੋ, ਕਿ ਸਿੱਧਾ ਤੁਸੀਂ ਆ ਕੇ ਸਿੱਧਾ ਬਲੌਕ ਕਰਤਾ। ਅੱਛਾ ਅੰਮ੍ਰਿਤਪਾਲ ਜੀ, ਤੁਸੀਂ ਜਿਹੜਾ ਇਸ ਦੇ ਸੰਦਰਭ ਦੇ ਵਿੱਚ RTI ਫਾਈਲ ਕੀਤੀ ਔਰ ਜਵਾਬ ਖੈਰ ਤੁਹਾਨੂੰ ਹਾਲੇ ਤੱਕ ਸੰਤੁਸ਼ਟੀਜਨਕ ਜਿਹੜਾ ਨਹੀਂ ਮਿਲਿਆ ਹੈਗਾ ਇਸ ਚੀਜ਼ ਦਾ, ਪਰ ਤੁਹਾਨੂੰ ਕਿਉਂ ਲੱਗਿਆ ਆਖਿਰ ਕਿ ਕਿਉਂਕਿ ਜੋ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ
ਜਿਸ ਵੇਲੇ ਮਰਡਰ ਹੋਇਆ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰਸਿੱਧੀ ਉਹਨਾਂ ਦੀ ਦੁਨੀਆ ਦੇ ਵਿੱਚ ਵੀ ਉਸ ਤੋਂ ਬਾਅਦ ਵੀ ਹੁੰਦੀ ਰਹੀ ਹੈ, ਚਰਚੇ ਹੁੰਦੇ ਰਹੇ ਨੇ, ਬੜੇ ਬੜੇ ਅਖਬਾਰਾਂ ਦੀਆਂ ਸੁਰਖੀਆਂ ਜਿਹੜਾ ਉਹ ਬਣਦੇ ਰਹੇ ਨੇ। ਪਰ ਇਸ ਤੋਂ ਬਾਅਦ ਵੀ ਕਿਸੇ ਨੇ ਉਪਰਾਲਾ ਨਹੀਂ ਕੀਤਾ ਕਿ ਉਹਨਾਂ ਦਾ ਗੀਤ ਅਗਰ ਬੈਨ ਹੋਇਆ ਤਾਂ ਉਸ ਦੇ ਕਾਰਨ ਕੀ ਹੋ ਸਕਦੇ ਨੇ ਜਾਂ ਕਿਹਨੇ ਬੈਨ ਕੀਤਾ। ਤੁਹਾਨੂੰ ਅਜਿਹੀ ਦਿਲਚਸਪੀ ਕਿਉਂ ਇਸ ਦੇ ਵਿੱਚ ਜਿਹੜੀ ਆ ਦਿਸੀ ਹੈਗੀ ਆ ਕਿ ਸ਼ੁਭਦੀਪ ਸਿੰਘ ਸਿੱਧੂ ਦੀ ਗੀਤਕਾਰੀ ਤੋਂ ਪ੍ਰਭਾਵਿਤ ਸੀ ਜਾਂ ਫਿਰ ਜਿਹੜਾ ਉਹਨਾਂ ਨੇ ਗੀਤ ਦੇ ਵਿੱਚ ਮਸਲੇ ਉਜਾਗਰ ਕੀਤੇ ਨੇ, ਚਾਹੇ ਉਹ SYL ਦਾ ਮਸਲਾ ਹੋਵੇ, ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ, ਉਸ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਦੋਨਿਆਂ ਨੇ ਪ੍ਰਭਾਵਿਤ ਕੀਤਾ ਜੀ। ਸਿੱਧੂ ਮੂਸੇਵਾਲੇ ਦੇ ਬੋਲ ਅਤੇ ਜਿਹੜੇ ਮੁੱਦੇ, ਇੱਕ ਜਿਹੜੇ ਇਹਨਾਂ ਮੁੱਦੇ ਉਹਨਾਂ ਨੇ ਜਿਹੜੇ ਰੇਜ਼ ਕੀਤੇ ਨੇ, ਉਹ ਸਾਨੂੰ ਸੁਚੇਤ ਕਰਦਾ ਹੈ, ਸਾਨੂੰ ਜਗਾਉਂਦਾ ਵਾ ਬਈ ਸਿੱਖੋ, ਉੱਠੋ, ਨੀਂਦ ਤੋਂ ਉੱਠੋ, ਸੰਘਰਸ਼ ਕਰੋ, ਤਾਈਓ ਮਸਲਿਆਂ ਦੇ ਹੱਲ ਹੋਣਾ, ਨਹੀਂ ਤਾਂ ਨਹੀਂ ਹੋਣਾ ਜੀ। ਘਰੇ ਬਹਿ ਕੇ ਹੱਕ ਨਹੀਂ ਮਿਲਦੇ। ਤੇ ਉਹ ਜਿਹੜਾ ਸੌਂਗ ਅਵੇਅਰ ਕੀਤਾ ਲੋਕਾਂ ਨੂੰ, ਪਰ ਅਨਫੋਰਚੂਨੇਟਲੀ ਸਰਕਾਰ ਨੇ ਪੁੱਲ ਡਾਊਨ ਕੀਤਾ। ਤਾਂ ਮੈਨੂੰ ਬਹੁਤ ਜ਼ਰੂਰੀ ਲੱਗਿਆ ਵੀ ਸਰਕਾਰ ਨੂੰ ਪੁੱਛੀਏ ਬਈ ਤੁਹਾਨੂੰ ਕੀ ਪ੍ਰੋਬਲਮ ਹੈ ਜੀ। ਅੱਛਾ ਅੰਮ੍ਰਿਤਪਾਲ ਜੀ, ਇੱਕ ਇਹ ਵੀ ਚੀਜ਼ ਹੈਗੀ ਹੈ ਕਿ ਇੱਕ ਪਾਸੇ ਜਦੋਂ ਸਿੱਧੂ ਮੂਸੇਵਾਲਾ ਉਹਨਾਂ ਦਾ ਕਤਲ ਹੁੰਦਾ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਚੰਡੀਗੜ੍ਹ ਵਿਖੇ ਉਹਨਾਂ ਦੇ ਪਿਤਾ ਜੀ ਬਲਕੌਰ ਸਿੰਘ ਸਿੱਧੂ ਨੂੰ ਮਿਲਦੇ ਨੇ ਔਰ ਕਹਿੰਦੇ ਨੇ ਕਿ ਭਰੋਸਾ ਦਿਵਾਉਂਦੇ ਨੇ ਕਿ ਜਿਹੜੀ ਉਹਨਾਂ ਦੀ ਬੇਟੇ ਦਾ ਕਤਲ ਹੋਇਆ ਉਸ ਦੇ ਵਿੱਚ ਇਨਸਾਫ ਉਹਨਾਂ ਨੂੰ ਜ਼ਰੂਰ ਮਿਲੇਗਾ। ਪਰ ਦੂਜੇ ਪਾਸੇ ਗੀਤ ਜਿਹੜਾ ਉਹ ਬੈਨ ਕਰ ਦਿੱਤਾ ਜਾਂਦਾ। ਇਸ ਨੂੰ ਕਿਵੇਂ ਦੇਖਦੇ ਹੋ, ਇਸ ਚੀਜ਼ ਨੂੰ? ਇਹ ਤੇ ਸਰਕਾਰ ਦਾ ਦੋਗਲਾਪਣਾ ਹੈ ਜੀ। ਜੇ ਤੁਸੀਂ ਸੱਚੀ ਇਨਸਾਫ ਦਿਵਾਉਣਾ ਚਾਹੁੰਦੇ ਸਿੱਧੂ ਬਾਈ ਨੂੰ ਤਾਂ ਤੁਸੀਂ ਸੌਂਗ ਬੈਨ ਨਹੀਂ ਕਰਦੇ। ਤੁਸੀਂ ਮੰਨ ਕੇ ਚਲੋ, ਆਪਾਂ ਐਜ਼ ਅ ਨਿਊਟਰਲ ਪਰਸਪੈਕਟਿਵ ਜਾਂ ਲਾਅ ਪੁਆਇੰਟ ਵੱਲੋਂ ਜੇ ਮੈਂ ਗੱਲ ਕਰਾਂ, ਕੱਲੀ ਲਾਅ ਪੁਆਇੰਟ ਵੱਲੋਂ ਜੇ ਤੁਹਾਨੂੰ ਕੁਝ ਆਬਜੈਕਸ਼ਨੇਬਲ ਲੱਗਦਾ ਵਾ ਤੁਸੀਂ ਉਹ ਹਟਾਉਂਦੇ, ਉਹ ਬਲਰ ਕਰਦੇ, ਉਹ ਕਹਿ ਦਿੰਦੇ ਬਈ ਇਹ ਸੀਨ ਹਟਾਓ। ਜੇ ਸਿੱਧੂ ਬਾਈ ਦੇ ਪ੍ਰੋਡਿਊਸਰ ਨਹੀਂ ਮੰਨਦੇ ਫਿਰ ਬੈਨ ਕਰਨਾ ਜਾਇਜ਼ ਹੈ। ਹਾਂ ਬਈ ਇਹਨਾਂ ਨੂੰ ਨੋਟਿਸ ਦਿੱਤਾ, ਇਹਨਾਂ ਨੂੰ ਵਾਰਨਿੰਗ ਦਿੱਤੀ, ਫਿਰ ਵੀ ਅਮੈਂਡ ਨਹੀਂ ਕਰਦੇ। ਬਾਕੀ ਇੰਨਾ ਕਹਿ ਕੇ ਬਈ ਸਪੋਰਟ ਕਰਦੇ ਆ ਜੀ। ਚਲੋ ਠੀਕ ਹੈ, ਸਰਕਾਰ ਕਹਿੰਦੀ ਹੈ ਕਿ ਕੇਂਦਰ ਸਰਕਾਰ ਅਸੀਂ ਸਪੋਰਟ ਕਰਦੇ ਹਾਂ, ਤੇ ਜਿਹੜੇ ਕੈਨੇਡਾ ਵਿੱਚ ਬੈਠੇ ਨੇ ਹਤਿਆਰੇ ਗੋਲਡੀ ਬਰਾਰ, ਉਹਨਾਂ ਦੀ ਐਕਸਟ੍ਰੈਡੀਸ਼ਨ ਪ੍ਰੋਸੀਜਰ ਸਟਾਰਟ ਕਰੋ। ਉੱਥੇ ਦੀ ਸਰਕਾਰ ਨੂੰ ਕੋਈ ਚਿੱਠੀ ਲਿਖੀ ਇਹਨਾਂ ਨੇ, ਕੁਛ ਮੰਗ ਕੀਤੀ ਲੀਗਲ? ਕੁਛ ਨਹੀਂ ਮੰਗ ਕੀਤਾ ਜੀ। ਅੱਛਾ ਅੰਮ੍ਰਿਤਪਾਲ ਜੀ, ਅਗਲੀ ਰਣਨੀਤੀ ਹੁਣ ਕੀ ਹੋਵੇਗੀ? ਕਿਉਂਕਿ ਇਹ ਪਤਾ ਕਰਨਾ ਜ਼ਾਹਿਰ ਜੀ ਗੱਲ ਹੈ, ਹੁਣ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਜਿਸ ਹਾਲਾਤਾਂ ਦੇ ਵਿੱਚ ਤੁਸੀਂ RTI ਪਾਈ ਪਰ ਤੁਹਾਨੂੰ ਜਵਾਬ ਹਲੇ ਤੱਕ ਨਹੀਂ ਮਿਲਿਆ, ਇਹ ਹੋਰ ਜ਼ਿਆਦਾ ਅੰਦਰ ਮਨ ਦੇ ਵਿੱਚ ਇੱਕ ਕਿਓਸ ਕ੍ਰੀਏਟ ਕਰਦਾ ਕਿ ਆਖਿਰ ਬੈਨ ਕੀਤਾ ਤਾਂ ਕਿਸ ਨੇ ਕੀਤਾ। ਅਗਲੀ ਰਣਨੀਤੀ ਤੁਹਾਡੀ ਕੀ ਹੋਵੇਗੀ? ਅਗਲੀ ਰਣਨੀਤੀ ਇਹੀ ਹੈ ਜੀ, ਥੋੜੇ ਹੋਰ ਇੱਕ ਕੁਛ RTI ਰਹਿੰਦੀਆਂ ਨੇ, ਉਹਨਾਂ ਦਾ ਟਾਈਮ ਲਿਮਿਟ ਹੁਣ ਖਤਮ ਹੋਊਗਾ ਸਤੰਬਰ ਦੇ ਫਸਟ ਵੀਕ ਚ। ਜੇ ਰਿਪਲਾਈ ਪ੍ਰੋਪਰ ਨਹੀਂ ਆਉਂਦਾ ਹੈ ਤੇ ਫਿਰ ਤੇ ਹਾਈ ਕੋਰਟ ਦਾ ਰੁਖ ਕਰਨਾ ਜੀ। ਹਾਈ ਕੋਰਟ ਨੂੰ, ਜੱਜ ਨੂੰ ਇਹ ਕਹਿਣਾ ਕਿ ਇੱਕ ਤਾਂ ਸਰਕਾਰ ਇਹਨੂੰ ਬੈਨ ਕਰਦੀ, ਉੱਤੋਂ ਦੀ ਦੱਸਦੀ ਨਹੀਂ ਬਈ ਕਿਹੜੇ ਮਹਿਕਮੇ ਨੇ ਕੀਤਾ, ਨਾਲੇ ਇਹ ਵੀ ਨਹੀਂ ਦੱਸਦੇ ਕਿਉਂ ਬੈਨ ਕੀਤਾ ਜੀ। ਇੱਕ ਡੈਮੋਕ੍ਰੇਸੀ ਚ ਸਾਨੂੰ ਹੱਕ ਆ ਸਰਕਾਰ ਨੂੰ ਸਵਾਲ ਪੁੱਛਣ ਦਾ, ਤੇ ਸਰਕਾਰ ਦੇ ਹਰ ਇੱਕ ਐਕਸ਼ਨ ਨੂੰ ਡੈਮੋਕ੍ਰੇਸੀ ਚ ਕੋਰਟ ਚ ਲਿਆ ਕੇ ਚੈਲੰਜ ਕੀਤਾ ਜਾ ਸਕਦਾ ਜੀ। ਅੱਛਾ ਅੰਮ੍ਰਿਤਪਾਲ ਜੀ, ਇੱਕ ਇਹ ਵੀ ਮੈਂ ਚੀਜ਼ ਜਾਣਨਾ ਚਾਹੂੰਗਾ ਕਿ ਕਿਹੜੀਆਂ ਉਹ ਸ਼ਰਤਾਂ ਹੁੰਦੀਆਂ ਨੇ ਜਿਸ ਦੇ ਤਹਿਤ YouTube ਕਿਸੇ ਵੀ ਕੰਟੈਂਟ ਨੂੰ ਬੈਨ ਕਰਦਾ? ਕਿਉਂਕਿ ਅਕਸਰ ਵੀਡੀਓਜ਼ ਕਈ ਤਰ੍ਹਾਂ ਦੀਆਂ YouTube ਤੇ ਹੁੰਦੀਆਂ ਨੇ, ਆਪਾਂ ਦੇਖਿਆ ਕਈ ਵਾਰ ਬਹੁਤ ਵਾਇਲੈਂਸ ਵਾਲੀ ਵੀਡੀਓਜ਼ ਵੀ ਚੱਲ ਰਹੀਆਂ ਹੁੰਦੀਆਂ ਨੇ, ਪਰ ਕਿਹੜੇ ਉਹ ਕਾਰਨ ਨੇ, ਸਰਟੇਨ ਉਹ ਕਾਰਨ ਹੁੰਦੇ ਨੇ ਵੀ ਉਹ YouTube ਨੂੰ ਉਹ ਬੈਨ ਕਰਨ ਦੀ ਜਿਹੜੀ ਹੈ ਉਹ ਚੀਜ਼ ਉੱਠਦੀ ਹੈਗੀ ਹੈ? ਜਿਹੜੇ ਉਹਨਾਂ ਦੇ 2009 ਦੇ ਰੂਲਸ ਨੇ ਜੀ, ਇਨਫੋਰਮੇਸ਼ਨ ਟੈਕਨੋਲੋਜੀ ਬਲੌਕਿੰਗ ਦੇ, ਐਕਸੈਸ ਫॉर ਬਲੌਕਿੰਗ ਐਕਸੈਸ ਟੂ ਦੀ ਫॉर ਬਲੌਕਿੰਗ ਐਕਸੈਸ ਆਫ ਇਨਫੋਰਮੇਸ਼ਨ ਬਾਈ ਪਬਲਿਕ, ਉਹਦੇ ਵਿੱਚ ਜਿਹੜਾ ਪੈਰਾਗ੍ਰਾਫ ਨੰਬਰ C ਹੈ ਜੀ, ਉਹਦੇ ਵਿੱਚ 97.6 ਗਰਾਊਂਡ ਦਿੱਤੇ ਗਏ ਨੇ ਕਾਨੂੰਨ ਵੱਲੋਂ, ਐਕਟ ਵੱਲੋਂ। ਉਹ ਗਰਾਊਂਡ ਇਹ ਨੇ ਕਿ ਦੇਸ਼ ਦੇ ਅਮਨਚਾਰੇ ਨੂੰ ਖਤਰਾ, ਦੇਸ਼ ਦੀ ਸੁਰੱਖਿਆ ਨੂੰ ਖਤਰਾ, ਇੱਕ ਸਟੇਟ ਦੀ ਸੁਰੱਖਿਆ ਨੂੰ ਖਤਰਾ, ਤੇ ਦੇਸ਼ ਦੇ ਫਰੈਂਡਲੀ ਰਿਲੇਸ਼ਨਸ ਜਿਹੜੇ ਬਾਕੀ ਸਟੇਟਾਂ ਨਾਲ ਨੇ, ਬਾਕੀ ਕੰਟਰੀ ਨਾਲ ਨੇ, ਉਹਨੂੰ ਖਤਰਾ, ਪਬਲਿਕ ਲਾਅ ਐਂਡ ਆਰਡਰ ਨੂੰ ਖਤਰਾ, ਅਤੇ ਕੋਈ ਇਹੋ ਜਿਹਾ ਗੀਤ ਜਿਹਦੇ ਵਿੱਚ ਇੱਕ ਗਰੁੱਪ ਉਤਸ਼ਾਹਿਤ ਹੋ ਕੇ ਦੂਜੇ ਗਰੁੱਪ ਤੇ ਅਟੈਕ ਕਰੇ, ਉਹ ਜਿਹੜੇ ਇਹ 6 ਗਰਾਊਂਡਸ ਨੇ, ਇਹਦੇ ਹੇਠਾਂ ਹੀ ਬੈਨ ਹੋ ਸਕਦਾ ਜੀ। ਬਸ ਹੋਰ ਕੋਈ ਗਰਾਊਂਡ ਹੈ ਨਹੀਂ ਐਕਟ ਦੇ ਵਿੱਚ। ਔਰ ਮੇਰੇ ਖਿਆਲ ਸਿੱਧੂ ਮੂਸੇਵਾਲੇ ਦੇ ਗੀਤ ਦੇ ਵਿੱਚ ਅਜਿਹਾ ਕੁਝ ਤਾਂ ਨਹੀਂ ਜਾਪਦਾ ਵੀ ਇਹਨਾਂ 6 ਦੇ ਵਿੱਚ ਉਹ ਆਉਂਦਾ ਹੋਵੇ। ਇਹ ਤੇ ਸਰਕਾਰੀ ਦੱਸੇ ਬਾਈ ਕੀ ਉਹਨਾਂ ਨੂੰ ਕੀ ਆਬਜੈਕਸ਼ਨੇਬਲ ਲੱਗਿਆ ਜੀ, ਅਸੀਂ ਉਹਦੇ ਕਰਕੇ ਤਾਂ ਲੜ ਰਹੇ ਹਾਂ ਬਈ ਦੱਸੋ। ਜੇ ਪਾਣੀ ਜੇ ਸਰਕਾਰ ਨੂੰ ਇਹ ਹੈ ਕਿ ਆਪਾਂ ਆਪਣੇ ਪਾਣੀ ਦਾ ਹੱਕ ਮੰਨੀਏ, ਉਹਦੇ ਨਾਲ ਦੇਸ਼ ਨੂੰ ਖਤਰਾ ਆ,
ਤੇ ਅਸੀਂ ਰੋਜ਼ ਹੀ ਹੱਕ ਮੰਗਾਂਗੇ, ਰੋਜ਼ ਅਸੀਂ ਸੰਘਰਸ਼ ਕਰਾਂਗੇ। ਚਲੋ ਠੀਕ ਹੈ ਅਮਰਿਤਪਾਲ ਜੀ, ਜੁੜੇ ਤੁਸੀਂ ਔਰ ਬੜੀ ਬੇਬਾਕੀ ਦੇ ਨਾਲ ਤੁਸੀਂ ਆਪਣੀ ਗੱਲਬਾਤ ਰੱਖੀ ਹੈਗੀ ਆ, ਔਰ ਉਮੀਦ ਕਰਦੇ ਹਾਂ ਕਿ ਅਗਲੀਆਂ ਜਿਹੜੀਆਂ ਕੋਸ਼ਿਸ਼ਾਂ ਤੁਹਾਡੀਆਂ ਹੋਣ ਇਸ ਗੀਤ ਨੂੰ ਲੈ ਕੇ ਕਿ ਬੈਨ ਕਿਉਂ ਹੋਇਆ, ਭਾਵੇਂ ਉਹ ਕੋਰਟ ਤੱਕ ਜੇ ਅਪੀਲ ਕਰਨੀ ਪਵੇ ਜਾਂ RTI ਰਾਹੀਂ, ਮੈਂ ਉਮੀਦ ਕਰਦਾ ਵੀ ਉਹਨਾਂ ਜਿਹੜੀਆਂ ਤੁਹਾਡੀਆਂ ਕੋਸ਼ਿਸ਼ਾਂ ਨੇ ਉਸ ਨੂੰ ਬੂਰ ਜ਼ਰੂਰ ਪਵੇ, ਉਹ ਕਾਮਯਾਬ ਜ਼ਰੂਰ ਹੋਣ ਔਰ ਪਤਾ ਲੱਗੇ ਕਿ ਆਖਿਰ ਸਰਕਾਰ ਦੇ ਕਿਸ ਵਿਭਾਗ ਨੇ ਜਾਂ ਕਿਹੜੀ ਸਰਕਾਰ ਨੇ ਇਸ ਗੀਤ ਨੂੰ ਬੈਨ ਕਰਵਾਇਆ। ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਸੋ ਗੱਲਬਾਤ ਕਰ ਰਹੇ ਸੀ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ, ਉਹਨਾਂ ਦੇ ਜਿਹੜੇ SYL ਗੀਤ ਦੀ ਹੈ ਜਿਸ ਨੂੰ ਕਿ ਬੈਨ ਕੀਤਾ ਗਿਆ। ਬੈਨ ਕਿਉਂ ਕੀਤਾ ਗਿਆ ਇਸ ਦੇ ਬਾਰੇ ਹਾਲੇ ਤੱਕ ਸਰਕਾਰ ਕਲੈਰੀਫਿਕੇਸ਼ਨ ਨਹੀਂ ਦੇ ਰਹੀ ਹੈ। ਜਿਵੇਂ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਸੁਣਿਆ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਕਿ RTI ਉਹਨਾਂ ਦੇ ਵੱਲੋਂ ਪਾਈ ਗਈ ਹੈ, ਪਰ ਹਾਲੇ ਤੱਕ ਕੋਈ ਵੀ ਸਪਸ਼ਟੀਕਰਨ ਜਿਹੜਾ ਉਹ ਸਰਕਾਰ ਦੇ ਵੱਲੋਂ ਨਹੀਂ ਆਇਆ। ਸਰਕਾਰ ਦੇ ਵੱਲੋਂ ਕੋਈ ਵੀ ਸੰਤੁਸ਼ਟੀਜਨਕ ਜਵਾਬ ਜਿਹੜਾ ਉਹ ਨਹੀਂ ਆਇਆ ਹੈਗਾ ਕਿ ਬੈਨ ਕਿਸ ਨੇ ਕੀਤਾ ਹੈਗਾ। ਸੋ ਬੜੀ ਹੈਰਾਨੀਜਨਕ ਗੱਲ ਹੈਗੀ ਹੈ, ਕਿਉਂਕਿ YouTube ਤੇ ਅਗਰ ਤੁਸੀਂ ਸਰਚ ਕਰਕੇ ਗਾਣੇ ਨੂੰ ਪਲੇ ਕਰਨ ਦੀ ਕੋਸ਼ਿਸ਼ ਕਰਦੇ ਸੀ ਪਹਿਲਾਂ ਜਦੋਂ ਗਾਣਾ ਰਿਲੀਜ਼ ਹੋਇਆ ਸੀ, ਤਾਂ ਉਸ ਵੇਲੇ ਸਰਕਾਰ ਦੀ ਕੰਪਲੇਂਟ ਬਾਰੇ ਹੀ YouTube ਜਿਹੜੀ ਆ ਉਹ ਨੋਟੀਫਿਕੇਸ਼ਨ ਦਿਖਾ ਰਹੀ ਸੀ। ਸੋ ਫਿਲਹਾਲ ਜਿਹੜਾ ਉਹ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਬਲਦੀਪ ਸਿੰਘ ਕੰਗ ਨੂੰ ਦਿਓ ਇਜਾਜ਼ਤ। ਜੁੜੇ ਰਹੋ ਗਲੋਬਲ ਪੰਜਾਬ TV ਦੇ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ Android ਜਾਂ iOS ਤੇ ਫ੍ਰੀ ਵਿੱਚ, Roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।